ਕੇ ਜਾ ਕਰ ਜਾਵੇ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਮਨ ਨੂੰ ਭਾਵੇ ਸੋ ਨਿਹਾਲ ਹੋ ਜਾਵੇ। ਸਤਲੁਜ ਪਹਿਲਾਂ ਸਰਹੰਦ ਕੋਲ ਚੱਲਦਾ ਸੀ ਦੁਆਪਰ ਦੇ ਵਿੱਚ। ਹੁਣ ਦੁਆਪਰ ਦੀ ਉਮਰ ਵੀ ਬਥੇਰੀ ਲੰਬੀ ਸੁੱਖ ਨਾਲ। ਜਿਵੇਂ ਹੁਣ ਨਵਾਂ ਸ਼ਹਿਰ ਦਾ ਨਾਂ ਭਗਤ ਸਿੰਘ ਨਗਰ ਰੱਖਤਾ, ਬਦਲ ਗਿਆ। ਜਿਵੇਂ ਹੁਣ ਜਗਰਾਵਾਂ ਦਾ ਨਾਂ ਰੱਖਣ ਲੱਗੇ ਨੇ ਬਾਬਾ ਈਸ਼ਰ ਸਿੰਘ ਜੀ ਨਗਰ, ਬਦਲ ਜਾਣਾ ਜਗਰਾਵਾਂ ਦਾ ਨਾਂ ਵੀ। ਇਸ ਤਰ੍ਹਾਂ ਸਮਾਂ ਪਾ ਕੇ ਜਿਵੇਂ ਮਾਲਵੇ ਦੀ ਧਰਤੀ ਤੇ ਦੋ ਨਦੀਆਂ ਵਗਦੀਆਂ ਸੀ, ਉਹ ਹੁਣ ਹੈ ਨਹੀਂ ਉੱਥੇ। ਜਿੱਥੇ ਇਹ ਸ਼ਹਿਰ ਹੈ ਇੱਥੇ ਕਦੇ ਕੋਈ ਕਰੋੜਾਂ ਸਾਲ ਪਹਿਲਾਂ, ਕਿਉਂਕਿ ਧਰਤੀ ਬਣੀ ਨੂੰ 450 ਕਰੋੜ ਸਾਲ ਹੋ ਗਿਆ। ਇਹ ਜਿੱਥੇ ਧਰਤੀ ਹੈ ਇੱਥੇ ਕੀ ਪਤਾ ਕੌਣ ਕੌਣ ਰਹਿ ਕੇ ਚਲੇ ਗਿਆ। ਮਹਾਰਾਜ ਸੱਚੇ ਪਾਤਸ਼ਾਹ ਨੇ ਦੱਸਿਆ ਸੰਗਤਾਂ ਨੂੰ ਕਿ ਜਿੱਥੇ ਹੁਣ ਆਪਾਂ ਅੰਮ੍ਰਿਤਸਰ ਸ਼ਹਿਰ ਵਸਾਇਆ, ਸਤਯੁਗ ਦੇ ਵਿੱਚ ਕਦੇ ਇੱਥੇ ਇੱਕ ਨਗਰ ਵਸਦਾ ਸੀ ਬੜਾ ਭਾਰੀ। ਨਗਰ ਦਾ ਨਾਮ ਸੀ ਲੀਲਾਵਤੀਪੁਰੀ। ਇਹ ਪਾਵਨ ਧਰਤੀ ਦੇ ਉੱਤੇ ਤਪੱਸਿਆ ਭਗਤੀ ਬਹੁਤ ਜ਼ਿਆਦਾ ਹੋਈ ਵੀ ਆ, ਸਤਯੁਗ ਤੋਂ ਹੀ ਲੈ ਕੇ। ਇਹ ਇੱਕ ਅਕਾਲ ਪੁਰਖ ਵੱਲੋਂ ਸਿਲੈਕਟ ਕੀਤੀ ਹੋਈ ਧਰਤੀ ਸੀ ਕਿ ਪੂਰੀ ਧਰਤੀ ਵਿੱਚ ਸਭ ਤੋਂ ਵੱਧ ਤਪ ਇੱਥੇ ਹੋਇਆ। ਇੱਕ ਰਿਸ਼ੀ ਸੀ, ਮਾਧਵੀ ਨਾਮੇ ਰਿਸ਼ੀ ਹੋਇਆ। ਬ੍ਰਹਮਾ ਜੀ ਬੜੇ ਪ੍ਰਸੰਨ ਹੋਏ, ਜਦੋਂ ਭਗਤੀ ਕੀਤੀ। ਕਹਿਣ ਲੱਗੇ ਮੰਗ ਕੀ ਮੰਗਦਾ? ਕਹਿੰਦੇ ਮੇਰੀ ਉਮਰ 5 ਲੱਖ ਸਾਲ ਕਰ ਦਿਓ। ਕਹਿੰਦੇ ਇੰਨੀ ਉਮਰ ਕੀ ਕਰਨੀ? ਕਹਿੰਦੇ ਮੈਂ ਬੰਦਗੀ ਤਪ ਕਰੂੰਗਾ ਪਰਮੇਸ਼ਰ ਦਾ, ਮੇਰੀ ਸ਼ਰਧਾ ਹੈ। ਜਿਵੇਂ ਗੁਰੂ ਨਾਨਕ ਸਾਹਿਬ ਨੇ ਬਚਨ ਕੀਤਾ ਹੈ, ਨਾਨਕ ਕੋ ਜੁਗ ਜੁਗ ਹਰ ਜਸ ਦੀਜੈ। ਜਿਹਨੂੰ ਭਗਤੀ ਦੀ ਇੱਛਾ ਹੁੰਦੀ ਉਹ ਕਹਿੰਦੇ ਜੁਗਾਂ ਜੁਗੰਤਰਾਂ ਤੱਕ ਭਗਤੀ ਬਖਸ਼ੋ। ਬ੍ਰਹਮਾ ਜੀ ਕਹਿਣ ਲੱਗੇ ਇੰਨੀ ਲੰਬੀ ਉਮਰ ਲਏਗਾ, ਤੈਨੂੰ ਮੈਂ ਇੱਕ ਸੌਖਾ ਜਿਹਾ ਤਪ ਕਰਨਾ ਥਾਂ ਦੱਸ ਦਿੰਦਾ। ਜੇ ਤੂੰ ਉੱਥੇ ਤਪ ਕਰੇਗਾ ਸਿਰਫ 5 ਸਾਲ 5 ਲੱਖ ਸਾਲ ਦਾ ਫਲ ਦੇ ਦਾਂਗਾ। ਮਹਾਰਾਜ ਧਰਤੀ ਤੇ ਇਹੋ ਜਿਹਾ ਕਿਹੜਾ ਥਾਂ ਹੋ ਗਿਆ? ਕਹਿੰਦੇ ਉਹ ਸਾਹਮਣੇ ਮਦਰ ਦੇਸ਼ ਦੇ ਵਿੱਚ ਦਿਖਾਤਾ ਉੱਤੋਂ, ਉਹ ਧਰਤੀ ਜਿੱਥੇ ਛੁਪ ਰਾਜਾ ਹੋਇਆ, ਜਿਹਨੇ ਉਸ ਧਰਤੀ ਤੇ ਜੱਗ ਕੀਤਾ। ਤੇ ਇਹ ਬੜੀ ਮਹਾਨ ਥਾਂ ਹੈ। ਕਿੰਨੀਆਂ ਕਿੰਨੀਆਂ ਸਾਖੀਆਂ ਇਸ ਥਾਂ ਨਾਲ ਜੁੜੀਆਂ ਹੋਈਆਂ ਨੇ। ਸ਼ਰਧਾ ਵਾਲਿਆਂ ਨੂੰ ਅਸੀਂ ਸੁਣਾ ਦਿੰਦੇ ਹਾਂ, ਬਾਕੀ ਸਮਾਂ ਦੇਖ ਕੇ ਸੰਕੋਚੀ ਜਾਂਦੇ ਹਾਂ ਸਾਰੀਆਂ ਚੀਜ਼ਾਂ। ਜਿੱਥੇ ਸ਼ਰਧਾ ਵਾਲੇ ਹੋਣ ਉਹਨਾਂ ਨੂੰ ਸੁਣਾ ਦੇਈਦੀ ਵੀ ਇੱਥੇ ਕੀ ਕੀ ਹੋਇਆ। ਜਿਵੇਂ ਅੰਮ੍ਰਿਤਸਰ ਸਾਹਿਬ ਦੇ ਵਿੱਚ ਇੱਕ ਸਥਾਨ ਹੈ, ਰਾਮ ਤੀਰਥ ਸਥਾਨ ਹੈ। ਇਹ ਮਾਮੂਲੀ ਧਰਤੀ ਨਹੀਂ ਹੈ। ਅੰਮ੍ਰਿਤਸਰ ਦੀ ਪਾਵਨ ਧਰਤੀ, ਇਸ ਧਰਤੀ ਉੱਤੇ ਬੜਾ ਅਭਿਆਸ ਹੋਇਆ, ਬੜੀ ਬੰਦਗੀ ਹੋਈ ਹੈ। ਤਾਂ ਉਸ ਵਕਤ ਅਕਾਲ ਪੁਰਖ ਵਾਹਿਗੁਰੂ ਜਦੋਂ ਇੱਥੇ ਪ੍ਰਗਟ ਹੋਏ, ਰਾਜਾ ਛੁਪ ਨੇ ਬੜਾ ਭਾਰੀ ਯੱਗ ਕੀਤਾ ਸੀ। ਉਦੋਂ ਪ੍ਰਸੰਨ ਹੋ ਕੇ ਕਹਿਣ ਲੱਗੇ ਵੀ ਸਾਰੀ ਦੁਨੀਆ ਨੂੰ ਤੂੰ ਰੋਟੀ ਖਵਾਈ ਹੈ, ਕਲਯੁਗ 'ਚ ਆਪਾਂ ਯੱਗ ਨਹੀਂ ਕਰ ਸਕਦੇ, ਕਿਉਂਕਿ ਯੱਗ ਬਹੁਤ ਤਕੜੇ ਤਕੜੇ ਰਾਜੇ ਹੀ ਕਰਦੇ ਹੁੰਦੇ ਸੀ। ਸਤਯੁਗ 7 ਤੇਤਾ ਜੱਗੀ, ਤ੍ਰੇਤੇ ਵਿੱਚ ਜ਼ਿਆਦਾ ਜੱਗ ਹੋਏ ਨੇ। ਦੁਆਪਰ ਪੂਜਾ 4, तीनों जुग तीनों दिड़े कल केवल नाम आधार। इत्थे जो जग होया इस पावन धरती ते निरंकार जी 33 करोड़ देवतियां समेत हाजिर होए। हाजिर नहीं, वो सुभावक ही है। जिथे निरंकार जी होणगे उत्थे सारी इन्हां दा जिन्ना भी कुछ है सारा हाजिर होना पैंदा ही है उसनूं, क्योंकि जिथे गुरु ग्रंथ साहिब जी ने इत्थे सारा कुछ हाजिर है, क्योंकि निरंकार जी ने ते निरंकार जी कोल सब ने हाजिर होना।
ਬੰਦਗੀ ਕਰੋ, ਜੇ ਕੁਝ ਦੇਖਣਾ ਭਗਤੀ ਕਰੋ, ਫਿਰ ਸਾਰਾ ਕੁਝ ਨਜ਼ਰ ਆਉਂਦਾ। ਪਰਮੇਸ਼ਰ ਜੀ ਪ੍ਰਸੰਨ ਹੋਏ, ਕਹਿਣ ਲੱਗੇ ਮੰਗ। ਰਾਜਾ ਸ਼ੁਭ ਨੂੰ ਕਹਿਣ ਲੱਗੇ ਮੰਗ ਕੀ ਮੰਗਦਾ? ਉਹ ਕਹਿਣ ਲੱਗੇ ਇਸ ਸਥਾਨ ਤੇ ਕੋਈ ਐਸੀ ਕਿਰਪਾ ਕਰੋ, ਕੋਈ ਐਸਾ ਸਰੋਵਰ ਬਣੇ ਜਿਹੜਾ ਵੀ ਨਹਾਵੇ ਉਹ ਤਰ ਜਾਵੇ। ਪਰਮੇਸ਼ਰ ਜੀ ਨੇ ਉਹ ਸਖਤ ਬਚਨ ਕੀਤਾ। ਇਹ ਪੁਰਾਣੀਆਂ ਹੁਣ ਗੱਲਾਂ, ਇਹਨਾਂ ਨੂੰ ਜਦ ਸੂਰਜ ਪ੍ਰਕਾਸ਼ ਦੀ ਕਥਾ ਰਿਕਾਰਡ ਹੋਊਗੀ ਉਦੋਂ ਇਹ ਸਾਹਮਣੇ ਆਉਣਗੀਆਂ, ਬਹੁਤ ਚੀਜ਼ਾਂ ਸਾਹਮਣੇ ਆਉਣਗੀਆਂ। ਕਹਿਣ ਲੱਗੇ ਪਰਮੇਸ਼ਰ ਕੋਈ ਨਹੀਂ, ਇੱਥੇ ਸਾਡਾ ਹੀ ਹਰੀ ਮੰਦਰ ਬਣੇਗਾ, ਇੱਥੇ ਅਸੀਂ ਹੀ ਵਾਸਾ ਕਰਾਂਗੇ ਸਦਾ। ਇੱਥੇ ਇੱਕ ਬੜਾ ਵੱਡਾ ਸਰੋਵਰ ਬਣੇਗਾ, ਜੋ ਨਹਾਵੇ ਸੋ ਕੁਲ ਤਰਾਵੇ, ਉਧਾਰ ਹੋਇਆ ਹੈ ਜੀ ਕਾ ਹੋਵੇਗਾ। ਇਹ ਪਰਮੇਸ਼ਰ ਨੇ ਵਾਰ ਦਿੱਤਾ ਉਦੋਂ, ਅਤੇ ਇਹ ਵੀ ਬਖਸ਼ਿਸ਼ ਕੀਤੀ ਕਿ ਪਹਿਲਾਂ ਬੇਦੀ ਕੋਲ ਵਿੱਚ ਅਵਤਾਰ ਧਾਰਾਂਗੇ, ਫਿਰ ਤ੍ਰੇਹਣ, ਫਿਰ ਭੱਲਿਆਂ ਵਿੱਚ। ਜਦੋਂ ਅਸੀਂ ਫਿਰ ਸਮਾਂ ਆਵੇਗਾ, ਫਿਰ ਚੌਥੇ ਸਰੂਪ ਵਿੱਚ ਆ ਕੇ ਥਾਂ ਨੂੰ ਪ੍ਰਗਟ ਕਰਾਂਗੇ। ਉਹ ਜਦੋਂ ਸਮਾਂ ਆਇਆ, ਚੌਥੇ ਪਾਤਸ਼ਾਹ ਮਹਾਰਾਜ ਨੂੰ ਗੁਰਤਾ ਗੱਦੀ ਦੀ ਦਾਤ ਬਖਸ਼ਿਸ਼ ਕੀਤੀ। ਹੁਕਮ ਵੀ ਹੋਇਆ ਕਿ ਜਾਓ ਅੰਮ੍ਰਿਤਸਰ ਸਾਹਿਬ, ਪਹਿਲਾ ਨਾਮ ਸੀ ਚੱਕ ਗੁਰੂ ਰਾਮਦਾਸ, ਇਸ ਪ੍ਰਕਾਰ ਨਾਮ ਲੈਂਦੇ ਚੱਕ ਰਾਮਦਾਸ। ਮਹਾਰਾਜ ਨੇ ਜਿੱਥੇ ਦੁੱਖ ਭੰਜਨੀ ਬੇਰੀ ਆ, ਇੱਥੇ ਆ ਕੇ ਮੋੜੀ ਗੱਡੀ ਸੀ। ਇਹ ਮੋੜੀ ਹੁੰਦੀ ਹੈ ਇੱਕ ਦਰਖਤ ਦੀ ਟਾਹਣੀ ਲੈ ਕੇ ਗੱਡ ਦਿੰਦੇ ਹੁੰਦੇ ਸੀ। ਕਿਤੇ ਕਿਤੇ ਇਹ ਪੱਥਰ ਵੀ ਲਾਉਂਦੇ ਨੇ, ਕਿਤੇ ਕਿਤੇ ਇੱਟਾਂ ਦੋ ਰੱਖ ਦੇਣੀਆਂ ਵੀ ਇੱਥੇ ਹੁਣ ਅਸੀਂ ਨੀਂਹ ਪੱਥਰ ਰੱਖ ਦਿੱਤਾ। ਇੱਥੇ ਇਹ ਬੇਰੀ ਦੀ ਮੋੜੀ ਗੱਡੀ ਸੀ ਤੇ ਬੇਰੀਆਂ ਹੀ ਬੇਰੀਆਂ ਖੜੀਆਂ ਸੀ ਇਸ ਥਾਂ ਦੇ ਉੱਤੇ। ਬੜਾ ਘਣਾ ਜੰਗਲ ਸੀ। ਗੁਰਾਂ ਨੇ ਇਹ ਥਾਂ ਦੇ ਉੱਤੇ ਥਾਂ ਪਟਵਾਇਆ ਵੀ ਸੀ ਕਾਫੀ ਛੱਪੜ ਵਾਂਗੂ। ਉਸ ਵਕਤ ਇੱਥੇ ਜਦੋਂ ਮੀਂਹ ਪਿਆ, ਪਾਣੀ ਵੀ ਖੜ ਗਿਆ ਸੀ। ਇਹ ਥਾਂ ਨੂੰ ਪ੍ਰਗਟ ਕਰਨਾ ਸੀ। ਪਹਿਲੇ ਪਾਤਸ਼ਾਹ ਵੀ ਇਸ ਥਾਂ ਤੇ ਚਰਨ ਪਾ ਚੁੱਕੇ ਸਨ। ਜਦੋਂ ਮਹਾਰਾਜ ਜੀ ਲੰਘਦੇ ਹੁੰਦੇ ਸੀ ਏਮਨਾਬਾਦ ਨੂੰ, ਕਿੱਥੋਂ? ਸੁਲਤਾਨਪੁਰ ਸਾਹਿਬ ਤੋਂ ਜਦੋਂ ਜਾਂਦੇ ਹੁੰਦੇ ਸੀ, ਇਹ ਉਦੋਂ ਰਸਤਾ ਸੀ ਤੇ ਇੱਥੇ ਬੈਠਦੇ ਹੁੰਦੇ। ਕਹਿੰਦੇ ਮਰਦਾਨਾ ਆਹ ਥਾਂ ਬੜੀ ਰਮਣੀਕ ਹੈ, ਬੜੀ ਸੁੰਦਰ ਹੈ, ਬੜੀ ਭਗਤੀ ਵਾਲੀ ਥਾਂ ਹੈ, ਕਿਸੇ ਸਮੇਂ ਇੱਥੇ ਪਾਵਨ ਸਥਾਨ ਬਣੇਗਾ। ਭਾਈ ਮਰਦਾਨੇ ਨੂੰ ਕਹਿਣ ਲੱਗੇ ਕੀਰਤਨ ਕਰੋ। ਕੀਰਤਨ ਇੱਥੇ ਹਰਿਮੰਦਰ ਸਾਹਿਬ ਵਾਲੇ ਥਾਂ ਤੇ ਬੈਠ ਕੇ ਜਦੋਂ ਆਪ ਨੇ ਕੀਤਾ, ਭਾਈ ਮਰਦਾਨਾ ਦੇ ਨੇਤਰ ਬੰਦ, ਭਾਈ ਬਾਲਾ ਜੀ ਨੇਤਰ ਬੰਦ। ਗੁਰੂ ਨਾਨਕ ਸਾਹਿਬ ਕੀਰਤਨ ਦੇ ਵਿੱਚ ਐਸੇ ਲੀਨ ਹੋਏ। ਗੁਰੂ ਨਾਨਕ ਸਾਹਿਬ ਕਈ ਵਾਰ ਕੀਰਤਨ ਸੁਣਦਿਆਂ ਸੱਚਖੰਡ ਨੂੰ ਚਲੇ ਜਾਂਦੇ ਹੁੰਦੇ ਸੀ, ਅਲੋਪ ਹੀ ਹੋ ਜਾਣਾ ਮਾਨੋ। ਭਾਈ ਮਰਦਾਨਾ ਜਾਂ ਨੇਤਰ ਖੋਲੇ, ਦੇਖਿਆ ਚਾਰੇ ਪਾਸੇ ਇੰਨਾ ਪਾਣੀ ਖੜਾ, ਪਾਣੀ ਖੜਾ, ਮਹਾਰਾਜ ਤਾਂ ਹੈ ਹੀ ਨਹੀਂ ਗੇ। ਉਸ ਵਕਤ ਆਰਾਧਨਾ ਕੀਤੀ ਹੈ ਗੁਰੂ ਨਾਨਕ ਸਾਹਿਬ ਦਰਸ਼ਨ ਬਖਸ਼ੋ। ਜਦੋਂ ਮਹਾਰਾਜ ਜੀ ਪ੍ਰਗਟ ਹੋਏ, ਕਹਿਣ ਲੱਗੇ ਮਹਾਰਾਜ ਇੰਨਾ ਜਲ ਕਿਵੇਂ ਆ ਗਿਆ? ਕਹਿੰਦੇ ਮਰਦਾਨਾ ਅਸੀਂ ਸ਼ਬਦ ਸੁਣ ਕੇ ਜਲ ਰੂਪ ਹੀ ਹੋ ਗਏ ਸੀ, ਅੰਮ੍ਰਿਤ ਹਨ ਸਤਿਗੁਰੂ। ਕਹਿੰਦੇ ਮਹਾਰਾਜ ਇਹ ਜਲ, ਕਹਿੰਦੇ ਹੁਣ ਤਾਂ ਇਹ ਧਰਤੀ 'ਚ ਹੀ ਸਮਾ ਜਾਵੇਗਾ। ਇੱਥੇ ਜਦੋਂ ਚੌਥੇ ਸਰੂਪ ਵਿੱਚ ਸਰੋਵਰ ਦੀ ਰਚਨਾ ਹੋਵੇਗੀ, ਇਹ ਜਲ ਉਸ ਸਰੋਵਰ 'ਚ ਪ੍ਰਗਟ ਹੋਵੇਗਾ ਉਦੋਂ। ਇਹ ਬੜੀ ਬਖਸ਼ਿਸ਼ ਵਾਲੀ ਥਾਂ ਹੈ। ਨਾਸਤਿਕ ਲੋਕਾਂ ਨੇ, ਬੇਮੁਖ ਲੋਕਾਂ ਨੇ, ਗਲਤ ਲੋਕਾਂ ਨੇ ਗਲਤ ਪ੍ਰਚਾਰ ਬੜੇ ਕੀਤੇ। ਹੌਲੀ ਹੌਲੀ ਬਹੁਤ ਦੁਨੀਆ ਨੂੰ ਪਹਿਲਾਂ ਤੋੜਿਆ ਸੀ। ਆ ਤਾਂ ਹੁਣ ਕਥਾ ਭਰ ਕੇ ਜਦ ਵੰਡੀ ਤਾਂ ਹੁਣ ਸਰਦਾ ਦੁਬਾਰਾ ਪੁੰਗਰੀ। ਸੰਗਤ ਤੇ ਕਿਰਪਾ ਵੀ ਹੋਈ। ਮਹਾਰਾਜ ਨੂੰ ਅਰਦਾਸ ਵੀ ਕਰਦੇ ਆ, ਮਹਾਰਾਜ ਤੁਸੀਂ ਕਿਰਪਾ ਕਰੋ ਇਹਨਾਂ ਤੇ,
नहीं तो ਇਹ ਵਿਖਰ ਜਾਣਗੇ, ਸਾਰੇ ਟੁੱਟ ਜਾਣਗੇ, ਸ਼ਰਧਾ ਖਤਮ ਹੋ ਜਾਵੇਗੀ ਸੰਗਤ ਦੀ।